अजायब करे संगत दातू है राखा जी, एक अर्ज अजायब करे, एक अर्ज अजायब करे। मैं रखे आसरा तेरा छड़े होर सहारे, है कौन जो बिगड़ी मेरी तकदीर सवारे। आजा 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 मेरे बिरबाल जी, दुनिया दे सहारे, है कौन जो बिगड़ी मेरी तकदीर सवारे। कृपाल प्यारिया अटक जरा एक पल जावी, असी रोंदे खड़े नसीबां नू, साडी सुन दर्दां दी गल जावी, ओ साईं सुन दर्दां दी गल जावी। कृपाल प्यारिया सोना कट कट विच समाया है, ना पेत किसे ने पाया है। सोना कट कट विच समाया है, ना पेत किसे ने पाया है। तैनू दिल अपने विच पालिया, सानू देंदा अपना बल जावी, ओ साईं सुन दर्दां दी गल जावी। कृपाल प्यारिया सच कज़रा एक पल जावी, असी रोंदे
ਤੈਨੂੰ ਦੇਵੀ ਦੇਵਤੇ ਚਾਹੁੰਦੇ ਨੇ, ਚੰਨ ਸੂਰਜ ਵੀ ਸ਼ਰਮਾਉਂਦੇ ਨੇ। ਤੈਨੂੰ ਦੇਵੀ ਦੇਵਤੇ ਚਾਹੁੰਦੇ ਨੇ, ਚੰਨ ਸੂਰਜ ਵੀ ਸ਼ਰਮਾਉਂਦੇ ਨੇ। ਸ਼ਾਹ ਸਾਵਣ ਦਿਆ ਪਿਆਰਿਆ, ਸਾਨੂੰ ਬਿਸਰ ਜ਼ਰਾ ਨਾ ਪਲ ਜਾਵੀਂ। ਓ ਸਾਈਂ ਸੁਣ ਦਰਦਾਂ ਦੀ ਗੱਲ ਜਾਵੀਂ। ਸ਼ਾਹ ਕਿਰਪਾਲ ਪਿਆਰਿਆ, ਅੱਜ ਗਜ਼ਰਾ ਇੱਕ ਪਲ ਜਾਵੀਂ। ਹਾਸੇ ਹੁੰਦੇ ਕਾਲੇ ਨਸੀਬਾਂ ਨੂੰ, ਸਾਡੀ ਸੁਣ ਦਰਦਾਂ ਦੀ ਗੱਲ ਜਾਵੀਂ। ਓ ਸਾਈਂ ਸੁਣ ਦਰਦਾਂ ਦੀ ਗੱਲ ਜਾਵੀਂ। ਸੱਚੇ ਨਾਮ ਦਾ ਸ਼ਾਹ ਭੰਡਾਰੀ ਹੈ, ਤੂੰ ਦਾਤਾ ਅਸੀਂ ਭਿਖਾਰੀ ਹੈ। ਸੱਚੇ ਨਾਮ ਦਾ ਸ਼ਾਹ ਭੰਡਾਰੀ ਹੈ, ਤੂੰ ਦਾਤਾ ਅਸੀਂ ਭਿਖਾਰੀ ਹੈ। ਦਿਲ ਅਰਜ਼ਾਂ ਕਰ ਕਰ ਹਾਰਿਆ, ਵਿਛੋੜੇ ਵਾਲਾ ਸਲਠਾਵੀਂ। ਓ ਸਾਈਂ ਸੁਣ ਦਰਦਾਂ ਦੀ ਗੱਲ ਜਾਵੀਂ। ਸ਼ਾਹ ਕਿਰਪਾਲ ਪਿਆਰਿਆ, ਅੱਜ ਗਜ਼ਰਾ ਇੱਕ ਪਲ ਜਾਵੀਂ। ਹਾਸੇ ਹੁੰਦੇ ਕਾਲੇ ਨਸੀਬਾਂ ਨੂੰ, ਸਾਡੀ ਸੁਣ ਦਰਦਾਂ ਦੀ ਗੱਲ ਜਾਵੀਂ। ਓ ਸਾਈਂ ਸੁਣ ਦਰਦਾਂ ਦੀ ਗੱਲ ਜਾਵੀਂ। ਕਰੇ ਅਰਜ ਇਹ ਜੀਵਨ ਮਾਣਾ ਏ, ਤੇਰਾ ਸੱਚਖੰਡ ਟਿਕਾਣਾ ਏ। ਕਰੇ ਅਰਜ ਇਹ ਜੀਵਨ ਮਾਣਾ ਏ, ਤੇਰਾ ਸੱਚਖੰਡ ਟਿਕਾਣਾ ਏ। ਨੂਰੀ ਦਰਸ਼ਨ ਦੇ ਜਾ ਪਿਆਰਿਆ, ਹੁਣ ਦੇਰ ਜ਼ਰਾ ਨਾ ਪਲ ਲਾਵੀਂ। ਓ ਸਾਈਂ ਸੁਣ ਦਰਦਾਂ ਦੀ ਗੱਲ ਜਾਵੀਂ। ਸ਼ਾਹ ਕਿਰਪਾਲ ਪਿਆਰਿਆ, ਅੱਜ ਗਜ਼ਰਾ ਇੱਕ ਪਲ ਜਾਵੀਂ। ਹਾਸੇ ਹੁੰਦੇ ਕਾਲੇ ਨਸੀਬਾਂ ਨੂੰ, ਸਾਡੀ ਸੁਣ ਦਰਦਾਂ ਦੀ ਗੱਲ ਜਾਵੀਂ। ਓ ਸਾਈਂ ਸੁਣ ਦਰਦਾਂ ਦੀ ਗੱਲ ਜਾਵੀਂ। ਇਹ ਦੁਨੀਆ ਘੁੰਮਣ ਘੇਰੀਏ, ਅਸੀਂ ਆਸ ਰੱਖੀ ਇੱਕ ਤੇਰੀ ਏ। ਇਹ ਦੁਨੀਆ ਘੁੰਮਣ ਘੇਰੀਏ, ਅਸੀਂ ਆਸ ਰੱਖੀ ਇੱਕ ਤੇਰੀ ਏ। ਆਜਾਇਬ ਦਿਆ ਸਹਾਰਿਆ, ਅੱਖੀਆਂ ਤੋਂ ਪਲ ਨਾ ਟਲ ਜਾਵੀਂ। ਓ ਸਾਈਂ ਸੁਣ ਦਰਦਾਂ ਦੀ ਗੱਲ ਜਾਵੀਂ। ਸ਼ਾਹ ਕਿਰਪਾਲ ਪਿਆਰਿਆ, ਅੱਜ ਗਜ਼ਰਾ ਇੱਕ ਪਲ ਜਾਵੀਂ। ਹਾਸੇ ਹੁੰਦੇ ਕਾਲੇ ਨਸੀਬਾਂ ਨੂੰ, ਸਾਡੀ ਸੁਣ ਦਰਦਾਂ ਦੀ ਗੱਲ ਜਾਵੀਂ। ਓ ਸਾਈਂ ਸੁਣ ਦਰਦਾਂ ਦੀ ਗੱਲ ਜਾਵੀਂ। ਇਸ ਕਾਲ ਦੀ ਨਗਰੀ ਦੇ ਅੰਦਰ ਬੜੀ ਬੜੀ ਸਾਇੰਸਦਾਨਾਂ ਨੇ ਸ਼ਾਂਤੀ ਦੀ ਖਾਤਰ ਖੋਜ ਕੀਤੀ, ਉਸ ਦੀ ਜਾਣਕਾਰੀ ਦੁਨੀਆ ਨੂੰ ਦਿੱਤੀ। ਤਜਰਬਾ ਹਰ ਇੱਕ ਦੇ ਸਾਹਮਣੇ ਹੈ। ਇਸ ਜ਼ਿੰਦਗੀ ਗੁਜ਼ਾਰਨ ਦੇ ਬਹੁਤ ਸਾਰੇ ਉਸ ਵਿੱਚ ਫਾਇਦੇ ਤਾਂ ਹਾਸਲ ਹੋਏ, ਲੇਕਿਨ ਜੋ ਮਨ ਹੈ
ਇਹ ਕਿਸੇ ਬਾਹਰੀ ਸਾਧਨ ਦੇ ਨਾਲ, ਬਾਹਰੀ ਤਜਰਬੇ ਦੇ ਨਾਲ ਸ਼ਾਂਤ ਨਹੀਂ ਹੋਇਆ, ਬਲਕਿ ਅਸ਼ਾਂਤ ਹੋ ਗਿਆ। ਐਸੀਆਂ ਐਸੀਆਂ ਕਾਢਾਂ ਕੱਢ ਲਈਆਂ ਇਨਸਾਨ ਨੇ ਦਿਮਾਗ ਦੇ ਅੰਦਰੋਂ ਕਿ ਜਿਹਦੇ ਨਾਲ ਇੱਕ ਦੂਰ ਦਰਿਆਡੇ ਬੰਦਾ ਬੈਠਾ ਹੋਇਆ ਸਾਰੀ ਦੁਨੀਆ ਨੂੰ ਤਬਾਹ ਕਰ ਸਕੇ। ਅੱਜ ਦਾ ਇਨਸਾਨ ਸਹਿਮਿਆ ਹੋਇਆ ਹੈ, ਖੁਸ਼ ਨਹੀਂ ਗਾ ਕਿ ਪਤਾ ਨਹੀਂ ਕੀ ਹੋ ਜਾਏਗਾ, ਬਜਾਏ ਸ਼ਾਂਤੀ ਦੇ ਅਸ਼ਾਂਤੀ ਖੋਜ ਲਈ ਹੈ। In this creation of negative power, many scientists have invented so many things, and the result is in front of all of you. No doubt they have made the life comfortable in many ways, but as far as the mind is concerned, it has not brought any peace to the mind. Instead of achieving peace, it has made the mind full of unrest. The scientists have invented so many things using their brains that a person can destroy the world at the other end sitting at this end, and there are many other inventions which the man has done, but instead of achieving peace and happiness, he has gone very far away from it. ਲੇਕਿਨ ਜੋ ਸੰਤਾਂ ਦੀ ਸੈਂਸ ਹੈ, ਜੋ ਸੰਤਾਂ ਨੇ ਆਪਣੇ ਅੰਦਰ ਵੜ ਕੇ ਤਜਰਬਾ ਹਾਸਲ ਕੀਤਾ ਹੈ, ਉਹ ਸਾਨੂੰ ਦੱਸਦੇ ਹੈ ਕਿ ਇਹ ਦੁਨੀਆ ਦਾ ਕੋਈ ਵੀ ਪਦਾਰਥ ਤੁਹਾਨੂੰ ਸ਼ਾਂਤੀ ਨਹੀਂ ਦੇ ਸਕਦਾਗਾ। ਅਗਰ ਸ਼ਾਂਤੀ ਪ੍ਰਾਪਤ ਕਰਨੀ ਹੈ ਤਾਂ ਤੁਸੀਂ ਆਪਣੇ ਅੰਦਰ ਜਾ ਕੇ ਮਨ ਇੰਦਰੀਆਂ ਦੇ ਘਾਟ ਤੋਂ ਉੱਪਰ ਉੱਠੋ, ਸ਼ਾਂਤੀ ਦੇ ਦੇਸ਼ ਪਹੁੰਚੋ। ਜਦ ਇਸ ਕਾਲ ਦੀ ਨਗਰੀ ਦੇ ਅੰਦਰ ਕੋਈ ਸ਼ਾਂਤੀ ਦੀ ਜਗ੍ਹਾ ਹੀ ਨਹੀਂ ਗੀ, ਅਸ਼ਾਂਤ ਨਗਰੀ ਹੈ, तो अगर शांति प्राप्त करनी है तो तुसी सचखंड दे अंदर अपने घर वापस पहुंचो। वो शांति का देश है, मौत पदैश तो ऊपर है, उत्थे मौत पदैश नहीं, कोई किसी दे वास्ते बुरी सोचदा नहीं। But the science of the saints, as the saints tell us from their own experience, that you go within your body and you will find the peace there. The only peace lies in going in the within and going back to the real home, Sachkhand. You cannot find the peace and happiness outside in this world, since it is the creation of negative power which is full of unrest and chaos. The only happiness or peace which you can find is only after going in the within and going back to Sachkhand, your real home. तो गुरु नानक देव जी महाराज कहते हैं वो शांति सानू किस तरह मिल सकती है। वो कहते हैं सब तो पहला उस आदमी नू मिलो, उस संत नू मिलो, उस गुरु नू मिलो जिसने शांति प्राप्त की है, क्योंकि पढ़िया पढ़ा सकता है और पहलवान ही पहलवानी सिखा सकता है। उन्हें खुद अपनी जिंदगी दे अंदर इस दी खोज की हुंदी है, शांति हासिल की हुंदी है। कहने लगे तुसी ओदे कोले जाओ, वो थानू दसेगा कि किस तरह शांति प्राप्त करनी है। So Guru Nanak Dev Ji Maharaj says that how can we achieve that peace and happiness? How can we realize that peace and happiness? He says that first of all you go to the person who himself has practiced and who himself has achieved peace and happiness for his own self, because as a learned man can teach us and as a wrestler can make us wrestler, in the same way he who has achieved the peace and happiness can teach us. So he said that first of all you go to him who has himself achieved the peace and happiness. ਅਸੀਂ ਦੁਨੀਆ ਦੇ ਜੀਵ ਸਾਨੂੰ ਪਤਾ ਹੀ ਹੈ ਕਿ ਸ਼ਾਂਤੀ ਤਾਂ ਅਸੀਂ ਸਾਰੇ ਕਰਦੇ ਹਾਂ, ਸਭ ਉਪਦੇਸ਼ ਵੀ ਕਰਦੇ ਹਾਂ। ਮੈਨੂੰ ਬਹੁਤ ਸਾਰੀਆਂ ਸਭਾਵਾਂ ਦੇ ਅੰਦਰ ਜਾਣ ਦਾ ਮੌਕਾ ਮਿਲਿਆ ਹੈ। ਜਦ ਉੱਥੇ ਇੱਕ ਲੈਕਚਰ ਕਰ ਰਿਹਾ ਹੁੰਦਾ ਹੈ, ਦੂਸਰੇ ਦਾ ਦਿਲ ਪਰੇਸ਼ਾਨ ਹੁੰਦਾ ਹੈ ਕਿ ਮੈਂ ਇਸ ਤੋਂ ਅੱਛਾ ਬੋਲ ਸਕਦਾ ਹਾਂ। ਹੁਣ ਤੁਸੀਂ ਸੋਚ ਕੇ ਦੇਖ ਲਓ, ਲੋਕਾਂ ਨੂੰ ਤਾਂ ਸ਼ਾਂਤੀ ਦਾ ਉਪਦੇਸ਼ ਦਿੰਦੇ ਆ, ਆਪ ਖੁਦ ਅਸ਼ਾਂਤ ਹੋਏ ਬੈਠੇ ਹੁੰਦੇ ਹੈ। We the worldly people always talk about the peace, but we are very far away from the peace. I have got the opportunity of visiting so many people in so many societies, and I have seen that how people, when they are talking about the peace, the other person sitting there does not have any peace in his within. He is thinking that I can talk in a much better way than this person, and he is very upset and he wants to go to the dais and he wants to talk. So on one side we are talking about the peace, we are giving big talks about the peace, but we have lost our own peace and we are very far away from it. ਇੱਕ ਮਹਾਤਮਾ ਸੁਥਰਾ ਹੋਇਆ ਹੈ, ਜਿਸ ਦੀਆਂ ਆਮ ਤੌਰ ਦੇ ਉੱਤੇ ਸੰਤ ਮਤ ਵਿੱਚ ਕਾਫੀ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ। ਇਹ ਕਾਫੀ ਜ਼ਿੰਦਗੀ गुरु हरगोबिंद तो लेके और गुरु गोबिंद सिंह तक रहा, तकरीबन 150 साल इस दुनिया विच रहा, अच्छी कमाई वाला सीगा। एक महात्मा किसी पिंड दे विच आके बैठा,
ਉਹਨੇ ਲੋਕਾਂ ਨੂੰ ਦੱਸਿਆ ਕਿ ਮੇਰਾ ਨਾਂ ਸੀਤਲ ਦਾਸ ਹੈ। ਸੁਥਰੇ ਦੇ ਦਿਲ ਵਿੱਚ ਖਿਆਲ ਆਇਆ, ਦੇਖੀਏ ਜੈਸਾ ਨਾਮ ਹੈ ਵੈਸਾ ਉਹਦੇ ਅੰਦਰ ਗੁਣ ਹੈ। ਜਦ ਉਹਦੇ ਪਾਸ ਉਹ ਗਏ, ਕਹਿਣ ਲੱਗੇ ਕੁਛ ਅੱਗ ਚਾਹੀਦੀ ਹੈ। ਉਹ ਕਹਿਣ ਲੱਗਿਆ ਨਹੀਂ। ਦੂਸਰੀ ਦਫਾ ਮੰਗੀ, ਉਹ ਉਹਦੇ ਮਗਰ ਚਿਮਟਾ ਲੈ ਕੇ ਪੈ ਗਿਆ। ਉਹ ਕਹਿਣ ਲੱਗਿਆ ਤੂੰ ਤਾਂ ਕਹਿੰਦਾ ਸਾਂ ਮੈਂ ਸੀਤਲ ਦਾਸ ਹਾਂ, ਕਹਿੰਦਾ ਸ ਅੱਗ ਹੈ ਨਹੀਂ, ਹੁਣ ਤਾਂ ਭਾਂਬੜ ਮਚਦੇ ਹੈ। ਇਹ ਦੁਨੀਆ ਨੂੰ ਧੋਖਾ ਹੈ। ਨਾਮ ਸੀਤਲ ਦਾਸ, ਅੰਦਰੋਂ ਅੱਗ ਨਿਕਲੇ। There was a Mahatma whose name was Sutra, and usually his stories are mentioned in the Sant Mat. He lived a very long life. From the time of Guru Har Gobind, he lived up to the time of Guru Gobind Singh. He lived for about 150 years in this world, and there are many famous stories about him. Once a so-called Mahatma whose name was Sheetal Das, which means a cool person, came to one village. Sutra wanted to see that does he have the quality of coolness in his, like he has his name. So he went to that Mahatma and told him that Mahatma, give me some fire, I need some fire. That Mahatma replied that I don't have any fire. Again Sutra went there and asked for fire, and this time that Mahatma got upset and started he tried to hit him and he started chasing him. Sutra said that you were saying that you don't have any fire, then how do all these flames are raging from your within? You are called Sheetal Das, but you don't have any quality of coolness in your within. ਮਹਾਰਾਜ ਸਾਵਣ ਸਿੰਘ ਦਾ ਇੱਕ ਨਾਮ ਲੇਵਾ ਅੱਜ ਤੋਂ 40 ਸਾਲ ਪਹਿਲਾਂ ਦਾ ਵਾਕਿਆ ਹੈ। ਸਾਡੇ ਇਲਾਕੇ ਗੰਗਾ ਨਗਰ ਦੇ ਅੰਦਰ ਸਤਸੰਗ ਕਰਨ ਵਾਸਤੇ ਗਿਆ। ਬਹੁਤ ਸਾਰੇ ਆਦਮੀ ਅਸੀਂ ਇਕੱਠੇ ਹੋਏ। ਮੇਰੇ ਪਾਸ ਉਦੋਂ 2 ਸ਼ਬਦ ਦਾ ਭੇਦ ਬਾਬਾ ਬਿਸ਼ਨ ਦਾਸ ਤੋਂ ਹੁੰਦਾ ਸੀਗਾ, ਕਿਉਂਕਿ ਮੈਨੂੰ ਮਹਾਰਾਜ ਸਾਵਣ ਦੇ ਨਾਲ ਵੱਧ ਤੋਂ ਵੱਧ ਲਗਾਅ ਹੁੰਦਾ ਸੀਗਾ। ਜਿੱਥੇ ਉਹਦੀ ਚਰਚਾ ਹੁੰਦੀ ਮੈਂ ਜ਼ਰੂਰ ਪਹੁੰਚਦਾ ਸੀ। ਕਾਫੀ ਪੈਂਡਾ ਕਰਕੇ ਮੈਂ ਉੱਥੇ ਪਹੁੰਚਿਆ। ਘਰ ਵਾਲਿਆਂ ਨੇ ਸਤਸੰਗ ਕਰਾਇਆ, ਉਸ ਦੀ ਸਿਫਤ ਕੀਤੀ ਹੈ ਕਿ ਜੀ ਬੜਾ ਮਹਾਤਮਾ ਅੱਛਾ ਹੈ, ਬੜਾ ਅੱਛਾ ਸਤਸੰਗ ਕਰਦਾ ਹੈ। ਖੈਰ ਉਸ ਨੇ ਸਤਸੰਗ ਤਾਂ ਅੱਛਾ ਕੀਤਾ, ਅੱਛਾ ਕਿਤਾਬਾਂ ਦਾ ਪੜ੍ਹਨ ਵਾਲਾ ਸੀਗਾ, ਕਿਉਂਕਿ ਇਹ ਮਨ ਬੁੱਧੀ ਦੀ ਚੀਜ਼ ਹੈ। ਆਖਰ ਸੰਗਤ ਨੂੰ ਚਾਹ ਪਿਉਣ ਲੱਗੇ। ਘਰ ਵਾਲਿਆਂ ਨੇ ਸੋਚਿਆ ਵੀ ਬਾਬੇ ਨੂੰ ਅੰਦਰ ਸੱਦ ਕੇ ਚਾਹ ਪਿਆਈਏ, ਨਾ ਕੋਈ ਗੱਲਬਾਤ ਕਰਾਂਗੇ, ਪੁੱਛਾਂਗੇ। ਤਾਂ ਬਾਬਾ ਗਰਮ ਹੋ ਗਿਆ। ਬਈ ਮੈਂ ਬੜਾ ਸੀ, ਪਹਿਲਾਂ ਮੇਰਾ ਹੱਕ ਸੀ ਚਾਹ ਪਿਉਣ ਦਾ। ਇਹਨਾਂ ਨੇ ਕੀ ਕੀਤੀ, ਘਰ ਵਾਲਿਆਂ ਨੇ ਹੱਥ ਬੱਧੇ, ਮਿਹਨਤ ਕੀਤੀ ਕਿ ਅੰਦਰ ਆਓ। ਆਖਰ ਤੁਹਾਨੂੰ ਪਤਾ ਹੀ ਹੈ ਗ੍ਰਸਤੀ ਵਿਚਾਰਾ ਡਰਦਾ ਹੈ ਕਿ ਮਤਾ ਬਦ ਦੁਆ ਦੇ ਦੇਵੇ। ਉਸਨੇ ਉਹਨਾਂ ਨੇ ਆਖਰ ਗਲਾਸ ਉੱਥੇ ਲਿਆ ਕੇ ਰੱਖ ਦਿੱਤਾ ਸਟੇਜ ਦੇ ਉੱਤੇ। ਤਾਂ ਬਾਬੇ ਨੇ ਪੱਗ ਲਾਈ ਸਿਰ ਦੇ ਉੱਤੋਂ, ਕਹਿਣ ਲੱਗਿਆ ਹੁਣ ਮੇਰੇ ਇੱਥੇ ਸਿਰ ਦੇ ਵਿੱਚ ਪਾ ਦਿਓ। ਜਿਤਨੇ ਆਦਮੀ ਸੀ ਅਸੀਂ ਬੇਸਸੰਗੀ, ਸਾਰੇ ਹੀ ਉੱਥੋਂ ਹੱਥ ਤੇ ਹੱਥ ਮਾਰ ਕੇ ਉੱਠ ਗਏ ਕਿ ਇਹਨਾਂ ਦਾ ਮਹਾਤਮਾ ਚੰਗਾ ਹੈ। ਹੁਣ ਤੁਸੀਂ ਖੁਦ ਸੋਚ ਕੇ ਦੇਖ ਲਓ ਕਿ ਭਰੀ ਸਭਾ ਦੇ ਅੰਦਰ ਮਾੜਾ ਕੁੱਤਾ ਖਸਮੇ ਗਾਲੀ, ਅਗਲਾ ਇਹ ਕਹੇਗਾ ਕਿ ਵੀ ਇਹਨਾਂ ਦੇ ਸੰਤ ਐਸੀ ਸਿੱਖਿਆ ਦਿੰਦੇ ਹੋਣਗੇ। ਕੀ ਸੀ ਕਿ ਕ੍ਰੋਧ ਕਿਤਾਬਾਂ ਪੜ੍ਹ ਕੇ ਨਹੀਂ ਜਾਂਦਾਗਾ, ਲੋਭ ਕਿਤਾਬਾਂ ਪੜ੍ਹ ਕੇ ਨਹੀਂ ਜਾਂਦਾਗਾ। ਇਸ ਵਾਸਤੇ ਇਹ ਪਾਗਲਪਨ ਦਾ ਦੌਰਾ ਅੰਦਰ ਜਾ ਕੇ ਹਟ ਸਕਦਾ ਹੈ। About 40 years ago, once an initiate of Baba Sawan Singh came in our area to do the satsang, and even though at that time I had initiation into first 2 words by Baba Bishan Das, but I was very much attached to the teachings of Baba Sawan Singh, and whenever I would hear that they are talking about Baba Sawan Singh and his teachings, I would go there. I would often travel very far to go and attend such meeting. So I, along with some other dear ones, went to attend that satsang which that initiator Baba Sawan Singh was going to hold. The people who had invited that old man, that initiator Baba Sawan to do satsang, they praised that old man a lot, and they said that he does a very good satsang, and they were true. He did a very good satsang. He quoted from many books, and he talked in a very good way. But after the satsang was over, the people who had arranged that satsang had also arranged for the tea for the dear ones. So they first started serving tea to the people in the Sangat, and they wanted to take that old man inside their house, and they wanted to serve him in private. But that old man, he became very upset, and while he could not bear that the other people should drink tea in front of him while he was not offered the tea, the people who had arranged for the satsang, the householders, they wanted to take that old man in the room so that they could talk with him a little bit more about the path and things like that. And so that is why they were serving tea to the Sangat before they would serve to that old man. But he did not have any patience. Finally, when he got upset, the
household, the family people who had arranged the satsang, they became worried. So they brought the tea right on the dais. And at that time he was so upset that he took off his turban and said that now put the tea on my head. So the meaning of saying this is that no doubt he did a very good satsang, he quoted from many books, but the anger is not reduced by reading the books, the greed does not go away by reading the books. One does not achieve the real peace by doing all these outer things, because reading the books and doing the satsang, these are all the things of the mind and intellect. One gets the real peace and one gets the anger and greed and all of the passions. One can leave only by going in the within and doing the meditation of Naam. ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ, ਪਹਿਲੇ ਮਨ ਪਰ ਬੋਧੇ ਆਪਣਾ, ਪਿੱਛੇ ਅਵਰੀ ਜਾਵੇ। ਸਭ ਤੋਂ ਪਹਿਲਾਂ ਆਪਣੇ ਮਨ ਨੂੰ ਸ਼ਾਂਤ ਕਰੋ, ਫਿਰ ਕਿਸੇ ਨੂੰ ਸ਼ਾਂਤੀ ਦਾ ਉਪਦੇਸ਼ ਦਿਓ। When he did that, we, all the non-initiates, we laughed, and it also brought a bad name to the master. You know that the owner of the dog is blamed if the dog does anything bad. So just imagine that what kind of bad name or disgrace Master Sawan Singh had to bear because of that initiate. Guru Nanak Sahib said that first of all you explain to your own mind and then try to make other people understand. ਤੋ ਤੁਹਾਡੇ ਅੱਗੇ ਗੁਰੂ ਰਾਮਦਾਸ ਦਾ ਸ਼ਬਦ ਛੋਟਾ ਜਿਹਾ ਰੱਖਿਆ ਜਾਂਦਾ ਹੈ। ਆਪ ਕਹਿੰਦੇ ਹੈ ਮੁਕਤੀ ਨਾਮ ਵਿੱਚ ਹੈ, ਸ਼ਾਂਤੀ ਨਾਮ ਵਿੱਚ ਹੈ, ਆਪਣੇ ਘਰ ਵਾਪਸ ਪਹੁੰਚਣ ਵਿੱਚ ਹੈ। So a brief hymn of Guru Ramdas is presented to you. He says that the liberation is in Naam, the peace is in Naam, and the peace is only in reaching back to our real home. ਅਗਰ ਨਾਮ ਸਾਨੂੰ ਮਿਲ ਜਾਂਦਾ ਹੈ, ਅਸੀਂ ਕਮਾਈ ਕਰਕੇ ਅੰਦਰ ਪਹੁੰਚ ਜਾਂਦੇ हैं तो ਸਾਨੂੰ ਸ਼ਾਂਤੀ ਆ ਜਾਂਦੀ ਹੈ, ਤ੍ਰਿਪਤੀ ਆ ਜਾਂਦੀ ਹੈ, ਸਾਡੀ ਜੋ ਭਟਕਣਾ ਹੈ ਜਨਮਾਂ ਜਨਮਾਂਤਰਾਂ ਦੀ ਉਹ ਖਤਮ ਹੋ ਜਾਂਦੀ ਹੈ। If we get the Naam and after meditating, if we go in the within, we get the satisfaction, we get the peace, and all our wandering here and there, which we have been doing from ages and ages, birth after birth, that all comes to an end. ਸ੍ਰੀ ਰਾਗ ਮਹੱਲਾ ਚੌਥਾ, ਪੰਨਾ 40। ਨਾਮ ਮਿਲੈ ਮਨ ਤ੍ਰਿਪਤੀਐ, ਬਿਨ ਨਾਮੈ ਤ੍ਰਿਗ ਜੀਵਾਸ। ਨਾਮ ਮਿਲੈ ਮਨ ਤ੍ਰਿਪਤੀਐ, ਬਿਨ ਨਾਮੈ ਤ੍ਰਿਗ ਜੀਵਾਸ। ਕੋਈ ਗੁਰਮੁਖ ਸੱਜਣ ਜੇ ਮਿਲੈ, ਮੈਂ ਦੱਸੇ ਪ੍ਰਭ ਗੁਣ ਤਾਸ। ਨਾਮ ਲਫ਼ਜ਼ ਨਹੀਂ, ਨਾਮ ਸਾਨੂੰ ਕਿਸੇ ਗ੍ਰੰਥ ਪੋਥੀ ਦੇ ਵਿੱਚੋਂ ਨਹੀਂ ਮਿਲਦਾਗਾ, ਇਹ ਕਿਸੇ ਭਾਸ਼ਾ ਦਾ ਲਫ਼ਜ਼ ਨਹੀਂਗਾ। ਨਾਮ ਸੰਤ ਸਾਡੇ ਅੰਦਰ ਟਿਕਾਉਂਦੇ ਹੈ, ਉਹ ਬਿਨਾਂ ਲਿਖਿਆ ਕਾਨੂੰਨ ਹੈ, ਬਿਨਾਂ ਬੋਲੀ ਭਾਸ਼ਾ ਹੈ। Naam is not a word. We cannot get the Naam from any book or scripture. Naam is not written in any particular language. Naam is something which the master, which the saint manifest in our within. It is an unwritten law and unspoken language. ਪਰਮਾਤਮਾ ਨੇ ਸੰਤਾਂ ਮਹਾਤਮਾ ਨੂੰ ਨਾਮ ਦੇ ਭੰਡਾਰੀ ਬਣਾ ਕੇ ਇਸ ਸੰਸਾਰ ਵਿੱਚ ਭੇਜਿਆ ਹੁੰਦਾ ਹੈ। God has sent the saints in this world after making them as the storekeeper of the Naam. ਜਿਸ ਤਰ੍ਹਾਂ ਕਿਸੇ ਕੰਪਨੀ ਦਾ ਏਜੰਟ ਉਸ ਕੰਪਨੀ ਦੇ ਮਾਲ ਦੇ ਜਾ ਕੇ ਫਾਇਦੇ ਦੱਸਦਾ ਦੁਕਾਨਾਂ ਦੇ ਉੱਪਰ, ਸਟੋਰਾਂ ਤੇ, ਕਿ ਸਾਡਾ ਮਾਲ ਇਤਨਾ ਮਜ਼ਬੂਤ ਹੈ, ਇਸ ਦੇ ਇਹ ਫਾਇਦੇ ਹੈ, ਇਸ ਤਰ੍ਹਾਂ ਅਸੀਂ ਤੁਹਾਨੂੰ ਇਹ ਦੇ ਸਕਦੇ ਹਾਂ। ਇਸੇ ਤਰ੍ਹਾਂ ਉਹ ਪਰਮਾਤਮਾ ਆਪਣੇ ਪਿਆਰੇ ਬੱਚੇ ਸੰਤਾਂ ਦੇ ਅੰਦਰ ਬੈਠ ਕੇ ਨਾਮ ਦੇ ਫਾਇਦੇ ਦੱਸਦਾ ਹੈ। ਉਹ ਮਹਾਤਮਾ ਨਾਮ ਦੇ ਫਾਇਦੇ ਦੱਸਦੇ ਹਨ ਔਰ ਨਾਮ ਨੂੰ ਪ੍ਰਾਪਤ ਕਰਨ ਦਾ ਸਾਧਨ ਜੁਗਤੀ ਦੱਸਦੇ ਹਨ, ਔਰ ਕਿਸ ਤਰ੍ਹਾਂ ਨਾਮ ਦੇ ਪਾਸ ਪਹੁੰਚਣਾ ਹੈ, ਕਿਹੜੀਆਂ ਚੀਜ਼ਾਂ ਨੂੰ ਛੱਡ ਕੇ ਪਹੁੰਚਣਾ ਹੈ, ਉਹ ਅੱਛੀ ਤਰ੍ਹਾਂ ਸਮਝਾ ਦਿੰਦੇ ਹਨ। It is like the agent of a company goes to the consumers and goes to the stores and tells them about the good qualities of the product of the company, and he tells them that this will be our condition, we can supply the things to you like this. In the same way, God also sitting within his beloved children, like the agent does his job, in the same way God also sitting within his beloved children in the saints tells us about the good qualities of the Naam. They tell us that how we can get the Naam,
They tell us about the benefits of receiving the Naam, and they tell us that what things we have to give up before getting the Naam, and they tell us that how we have to manifest that Naam in our within. ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣ ਤਾਸ ਹਉ ਤਿਸ ਵਿਚੋਂ ਚੌਖੰਨੀਏ ਮੈਂ ਨਾਮ ਕਰੇ ਪਰਗਾਸ। ਗੁਰੂ ਰਾਮਦਾਸ ਜੀ ਕਹਿੰਦੇ ਹੈ ਕਿ ਤ੍ਰਿਪਤੀ ਸ਼ਾਂਤੀ ਨਾਮ ਵਿੱਚ ਹੈ। ਪਰਮਾਤਮਾ ਅੱਗੇ ਫਰਿਆਦ ਕਰਦੇ ਹੈ ਕੋਈ ਐਸਾ ਸੱਜਣ ਐਸਾ ਗੁਰਮੁਖ ਦੇ ਨਾਲ ਸਾਡਾ ਮਿਲਾਪ ਕਰ ਜਿਹੜਾ ਸਾਨੂੰ ਨਾਮ ਦੇ ਨਾਲ ਜੋੜ ਸਕੇ। ਫਿਰ ਕਹਿਣ ਲੱਗੇ ਮੈਂ ਐਸੇ ਗੁਰਮੁਖ ਐਸੇ ਸੰਤ ਦੇ ਉੱਤੋਂ ਕੁਰਬਾਨ ਜਾਣਾ ਹੈ ਜਿਸ ਨੇ ਮੇਰੇ ਅੰਦਰ ਉਹ ਸ਼ਬਦ ਨਾਮ ਦੀ ਜੋਤ ਜਗਾ ਦਿੱਤੀ ਹੈ। Now Guru Ramdas says that the real satisfaction and the happiness, peace is in the Naam. He makes a request to Almighty Lord. He says that, oh Lord, you bring me in contact of such a person, of such a Mahatma, who can connect me, who can make me contact the Shabad. And then he says that I am ready to sacrifice myself for that Mahatma who has connected me with the Shabad Naam and who has lit up the light of Shabad in my within. ਜਿਨ੍ਹਾਂ ਮਹਾਤਮਾ ਦੀਆਂ ਅੱਖਾਂ ਖੁੱਲੀਆਂ ਹਨ ਉਹ ਪ੍ਰਮਾਤਮਾ ਦੇ ਅੱਗੇ ਫਰਿਆਦਾਂ ਕਰਦੇ ਹਨ, ਬੇਨਤੀਆਂ ਕਰਦੇ ਹਨ ਕਿ ਤੂੰ ਸਾਨੂੰ ਐਸੇ ਗੁਰਮੁਖਾਂ ਦੇ ਨਾਲ ਮਿਲਾਪ ਕਰਾ। ਲੇਕਿਨ ਕੌਮਾਂ ਦੀਆਂ ਕੌਮਾਂ, ਮਜ਼ਹਬਾਂ ਦੇ ਮਜ਼ਹਬ ਅੱਜ ਇਸ ਚੀਜ਼ ਤੋਂ ਨਫ਼ਰਤ ਕਰਦੇ ਹੈ ਕਿ ਗੁਰੂ ਦੀ ਕੋਈ ਜ਼ਰੂਰਤ ਹੀ ਨਹੀਂ। ਤੁਸੀਂ ਸੋਚ ਕੇ ਦੇਖ ਲਓ, ਦੁਨੀਆ ਦਾ ਆਪਾਂ ਕੋਈ ਛੋਟੇ ਤੋਂ ਛੋਟਾ ਵੀ ਕੰਮ ਕਰਨਾ ਹੈ ਸਾਨੂੰ ਉਸਤਾਦ ਦੀ ਲੋੜ ਪੈਂਦੀ ਹੈ। Mahatmas who are awakened and whose eyes are open, they always go on making this request to Almighty Lord that, oh Lord, you give us the company of the Guru Mukhs. But all the religions, the communities and all the societies, they don't like this. They don't feel the necessity of going to the masters. They say that we don't need any master. ਹਉ ਤਿਸ ਵਿਚੋਂ ਚੌਖੰਨੀਏ ਮੈਂ ਨਾਮ ਕਰੇ ਪਰਗਾਸ ਮੇਰੇ ਪ੍ਰੀਤਮਾ ਹੋ ਜੀਵਨ ਨਾਮ ਧਿਆਈ। ਹੁਣ ਕਹਿੰਦੇ ਜਿਨ੍ਹਾਂ ਨੂੰ ਨਾਮ ਮਿਲ ਜਾਂਦਾ ਹੈ, ਨਾਮ ਦੀ ਸਮਝ ਆ ਜਾਂਦੀ ਹੈ, ਉਹਨਾਂ ਦਾ ਕਿਸ ਤਰ੍ਹਾਂ ਗੁਰੂ ਦੇ ਨਾਲ ਪਿਆਰ ਹੁੰਦਾ ਹੈ, ਕਿ ਉਸ ਨਾਮ ਦੀ ਕਿਸ ਤਰ੍ਹਾਂ ਕਮਾਈ ਕਰਦੇ ਹੈ, ਕਿਵੇਂ ਫਰਿਆਦਾਂ ਕਰਦੇ ਹੈ ਕਿ ਹੇ ਮੇਰੇ ਪ੍ਰੀਤਮਾ, ਹੇ ਮੇਰੇ ਪਿਆਰਿਆ, ਮੈਂ ਤੇਰਾ ਨਾਮ ਧਿਆ ਕੇ ਹੀ ਜੀ ਸਕਦਾ ਹੈ, ਤੇਰੇ ਨਾਮ ਦੇ ਨਾਲ ਜੁੜ ਕੇ ਹੀ ਜੀ ਸਕਦਾ ਹੈ, ਤੇਰੀ ਯਾਦ ਵਿੱਚ ਹੀ ਜੀ ਸਕਦਾ ਹੈ। ਜਿੱਥੇ ਤੇਰੀ ਕੋਈ ਗੱਲ ਨਹੀਂ ਕਰਦਾਗਾ, ਤੇਰਾ ਨਾਮ ਨਹੀਂ ਲੈਂਦਾਗਾ, ਉਹ ਸਭਾ ਦੇ ਵਿੱਚ ਜਾਣਾ ਹੀ ਪ੍ਰੇਮੀ ਵਾਸਤੇ ਦੁਰਕਾਰ ਹੋ ਜਾਂਦਾ ਹੈ। Now he says that what kind of love those people have, those who have got the Naam and those who have understand the importance of the Naam. He says that such people always remain in the love of the Master. They say that I can live only by meditating on your Naam. I can live only by remembering you. And I always like to be there where they always talk about you. I don't like to go in such meetings where they don't talk about you. ਪਰਮ ਪਿਤਾ ਕਿਰਪਾਲ ਮਜਨੂ ਦੀ ਕਹਾਣੀ ਸੁਣਾਉਂਦੇ ਹੁੰਦੇ ਸਨ ਕਿ ਇੱਕ ਊਂਠ ਵਾਲਾ ਜਾ ਰਿਹਾ ਸੀਗਾ। ਮਜਨੂ ਨੂੰ ਪਤਾ ਲੱਗਿਆ ਕਿ ਇਹ ਲੇਲਾਂ ਦੇ ਕੋਲੋਂ ਆਇਆ ਹੈ, ਉਸ ਪਿੰਡ ਦਾ ਬੰਦਾ ਹੈ। ਉਹਦੇ ਨਾਲ ਉਹ ਲੇਲਾਂ ਦੀਆਂ ਗੱਲਾਂ ਕਰਦਾ ਗਿਆ, ਉਹ ਵੀ ਕਰਦਾ ਗਿਆ। ਕਹਿੰਦੇ ਵੀ 12 ਕੋਸ ਊਂਠ ਉਹ ਦੌੜਾਈ ਗਿਆ ਆਪਣੇ ਧਿਆਨ ਵਿੱਚ, ਉਹ ਵੀ ਉਹਦੇ ਨਾਲ ਹੀ ਭੱਜਿਆ ਗਿਆ। ਉਹਨੂੰ ਕੋਈ ਥਕੇਵਾਂ ਨਹੀਂ ਹੋਇਆ, ਕੋਈ ਬੁਰਾ ਨਹੀਂ ਲੱਗਿਆ, ਕਿਉਂਕਿ ਉਹਦੇ ਪ੍ਰੀਤਮ ਦੀਆਂ ਗੱਲਾਂ ਹੋ ਰਹੀਆਂ ਸਨ। ਇਸ ਵਾਸਤੇ 12 ਕੋਹ ਤੋਂ ਜਦੋਂ ਗੱਲ ਖਤਮ ਹੋਈ ਉਹ ਵਾਪਸ ਮੁੜਿਆ ਆਇਆ। ਇਸ ਵਾਸਤੇ ਮਹਾਤਮਾ ਸਾਨੂੰ ਦੱਸਦੇ ਆ ਜਿਨ੍ਹਾਂ ਦਾ ਸੱਚਾ ਇਸ਼ਕ, ਸੱਚਾ ਪਿਆਰ ਗੁਰੂ ਨਾਲ ਹੁੰਦਾ ਹੈ, ਉਹ ਉਸ ਜਗ੍ਹਾ ਦੀ ਖੋਜ ਵਿੱਚ ਹੁੰਦੇ ਹੈ ਜਿੱਥੇ ਉਹਨਾਂ ਦੇ ਗੁਰੂ ਦਾ ਕੋਈ ਪਿਆਰੇ ਦਾ ਨਾਮ ਲੈਂਦਾ ਹੈ। ਕੋਸ ਕਿਤਨਾ ਹੋ ਜੀ? ਇੱਕ ਕੋਸ ਕਿਤਨਾ ਹੋ? ਕੋਸ ਮੀਲ ਗੇੜਾ ਮੀਲ। Supreme Father Kripal used to tell a story of Majnu, that once Majnu met a person
who was on the camel, and he had come from the town of Layla. Majnu came to know that he has come from the town of Layla, and since he was in love with Layla, he started talking with that person who was on the camel about Layla. It is said that he talked with him while the camel rider traveled for about 12 miles, and he did not feel tired, he did not feel exhausted, even though he ran with the camel. And when the talk about Layla ended, then he came back. So he forgot about that distance because he was in the love of his beloved. So Master always used to say that those who are in the love of the Master, they are never aware of all these things, because they always search for the place where they talk about his beloved, and he always likes to go and be with those people who love his Master. मेरे प्रीतमा हो जीवन नाम ते आए, बिन नावे जीवन ना थिए, मेरे सतगुर नाम दिरड़ाए। ਹੁਣ ਆਤਮਾ ਖੁਸ਼ੀ ਵਿੱਚ ਗਦਗਦ ਹੋ ਕੇ ਗੁਰੂ ਦਾ ਸ਼ੁਕਰਾਨਾ ਕਰਦੀ ਹੈ ਕਿ ਕਿਸ ਤਰ੍ਹਾਂ ਦਇਆ ਕੀਤੀ, ਨਾ ਕੋਈ ਕੌਮ ਛਡਾਈ, ਨਾ ਮਰਜ਼ ਛਡਾਇਆ, ਨਾ ਮੈਥੋਂ ਕੋਈ ਨਾਮ ਦਾ ਫੀਸ ਹੀ ਲਈ। ਕਹਿਣ ਲੱਗੇ ਕਿ ਇਹ ਗੁਰੂ ਦੀ ਦਇਆ ਸੀ। ਇਸ ਵਾਸਤੇ ਸਤਿਗੁਰੂ ਦਾ ਸ਼ੁਕਰਾਨਾ ਆਤਮਾ ਕਰਦੀ ਹੈ ਕਿ ਮੈਂ ਕਿਸ ਤਰ੍ਹਾਂ ਕਰਾਂ। ਸਤਿਗੁਰੂ ਦਾ ਸ਼ੁਕਰਾਨਾ ਅਸੀਂ ਭਜਨ ਅਭਿਆਸ ਦੇ ਨਾਲ ਅੰਦਰ ਪਹੁੰਚ ਕੇ ਹੀ ਕਰ ਸਕਦੇ ਹਾਂ। Now the soul being overwhelmed with the happiness is expressing her gratitude to the Master. She says that I have got such a Master who did not make me leave my religion, who did not make me change any of my outer thing, and he still gave me that wealth of Naam. And now how can I express my gratitude? How can I be grateful to my Master for the blessing of Naam he has given to me? We can express our gratitude and become thankful to the Master for the blessings of Naam only by doing our meditations. ਮਹਾਰਾਜ ਸਾਵਣ ਸਿੰਘ ਦਾ ਇੱਕ ਨਾਮ ਲੇਵਾ ਟੀਚਰ ਹੁੰਦਾ ਸੀ ਲੁਧਿਆਣੇ ਦੇ ਅੰਦਰ। ਉਹ ਸੁਬਾਹ ਸੈਰ ਵਾਸਤੇ ਬਾਹਰ ਨਿਕਲਿਆ, ਜਿਉਂ ਖਿਆਲ ਸਤਿਗੁਰੂ ਦੇ ਸਰੂਪ ਨਾਲ ਜੁੜਿਆ, ਸਿਮਰਨ ਦੇ ਨਾਲ ਜੁੜਿਆ, 13 ਮੀਲ ਚਲਿਆ ਗਿਆ, ਪਤਾ ਨਾ ਲੱਗਿਆ। ਜਦੋਂ ਉੱਥੇ ਉਹਨੇ ਜਾ ਕੇ ਪੁੱਛਿਆ ਕਿ ਵੀ ਲੁਧਿਆਣਾ ਕਿੰਨੀ ਦੂਰ ਹੈ, ਉਹ ਕਹਿੰਦੇ ਜੀ 13 ਮੀਲ ਹੈ। ਕਹਿਣ ਲੱਗਿਆ ਹੈ ਮੈਨੂੰ ਪਤਾ ਹੀ ਨਹੀਂ ਲੱਗਿਆ। ਉਹ ਲੋਕ ਕਹਿਣ ਲੱਗੇ ਕਿ ਜੀ ਤੁਹਾਡਾ ਕੋਈ ਟਾਂਗੇ ਵਗੈਰਾ ਦਾ ਇੰਤਜ਼ਾਮ ਕਰ ਦਈਏ, ਤੁਹਾਨੂੰ ਜਾਣਾ ਮੁਸ਼ਕਿਲ ਹੋਏਗਾ। ਉਹ ਹੱਸ ਕੇ ਕਹਿਣ ਲੱਗਿਆ ਕਿ ਜਿਹੜੀ ਤਾਕਤ ਮੈਨੂੰ ਪਹਿਲਾਂ ਇੱਥੇ ਲਿਆਈ ਹੈ ਉਹ ਹੁਣ ਵੀ ਉੱਥੇ ਲੈ ਜਾਏਗੀ। ਸੋ ਜਿਨ੍ਹਾਂ ਦਾ ਸਿਮਰਨ ਨਾਲ ਪਿਆਰ ਹੁੰਦਾ ਹੈ, ਗੁਰੂ ਨਾਲ ਪਿਆਰ ਹੁੰਦਾ ਹੈ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾਗਾ ਕਿ ਵਕਤ ਕਿਸ ਤਰ੍ਹਾਂ ਗੁਜ਼ਰਦਾ ਹੈ। Master Sawan Singh had an initiate who was teacher by profession, and he used to live in a town of Ludhiana. He used to go for the morning walks. Once it so happened that while he was taking his morning walk, his attention went in the Simran and in the form of the Master, and he became so intoxicated in that he was not aware that he was walking, and he walked for 13 miles away from Ludhiana. When he finally came to realize that he had walked so far, and he asked the people that how far is Ludhiana, they told him that it was 13 miles. He was surprised. He said that I didn't remain aware that I had walked so far. Those people said that should we arrange anything for you like Tonga or some other kind of transportation? He said that no. He became very happy and he said that no, the power who has brought me here, the same power will take me back. So I mean to say that those who love the Simran, those who love the Master, they never remain aware of the time. बिन नावे जीवन ना थिए, मेरे सतगुर नाम दिरड़ाए, नाम अमूलक रतन है, पूरे सतगुर पास। ਹੁਣ ਗੁਰੂ ਰਾਮਦਾਸ ਕਹਿੰਦੇ ਹੈ ਨਾਮ ਅਮੋਲਕ ਹੈ, ਇਹ ਅਮੋਲਕ ਵਸਤੂ ਹੈ, ਅਮੋਲਕ ਰਤਨ ਹੈ। ਇਹ ਖੇਤਾਂ 'ਚ ਉਗਾ ਨਹੀਂ ਸਕਦੇ ਜ਼ਿਮੀਂਦਾਰ, ਔਰ ਦੁਕਾਨਾਂ ਦੇ ਉੱਤੇ ਵਿਕਦਾ ਨਹੀਂਗਾ। ਇਹ ਸੰਤ ਸਤਿਗੁਰੂ ਦੇ ਪਾਸ ਹੀ ਪਰਮਾਤਮਾ ਨੇ ਰੱਖਿਆ ਹੋਇਆ ਹੈ। Now Guru Ramdas said that Naam is priceless. It is very precious. It is like a precious gem, and you cannot sell this. You cannot buy this from the shop of the trader. The farmers cannot grow this in the field. Naam is the wealth
which is with the saints, and you can have it only by going to them. ਮੈਂ ਦੱਸਦਾ ਹੁੰਨਾ ਹੈ ਕਿ ਪਰਮਾਤਮਾ ਦੀ ਭਗਤੀ ਅਮੋਲਕ ਧਨ ਹੈ, ਉੱਤਮ ਚੀਜ਼ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਇਹ ਨਾਸਕ ਹੈ। ਸੱਚਾ ਸੁੱਖ ਸੱਚੀ ਇੱਜ਼ਤ ਦੀ ਇਹ ਦਾਤਾ ਹੈ। ਲੇਕਿਨ ਇਹ ਭਗਤੀ ਦਾ ਧਨ, ਨਾਮ ਦਾ ਧਨ ਅਸੀਂ ਆਪਣੇ ਆਪ ਪ੍ਰਾਪਤ ਨਹੀਂ ਕਰ ਸਕਦੇ ਜਿੰਨਾ ਚਿਰ ਅਸੀਂ ਸੰਤ ਸਤਿਗੁਰੂ ਦੇ ਚਰਨਾਂ ਵਿੱਚ ਨਹੀਂ ਪਹੁੰਚਦੇ ਗਏ। ਪਰਮਾਤਮਾ ਦੇ ਭਗਤ, ਪਰਮਾਤਮਾ ਦੇ ਪਿਆਰੇ ਪਰਮਾਤਮਾ ਤੋਂ ਵੱਧ ਕੇ ਹੁੰਦੇ ਹੈ, ਕਿਉਂਕਿ ਉਹਨਾਂ ਨੇ ਪਿਆਰ ਨਾਲ ਆਪਣੇ ਪਰਮਾਤਮਾ ਨੂੰ, ਆਪਣੇ ਗੁਰੂ ਨੂੰ ਪਿਆਰ ਦੀਆਂ ਸੰਗਲੀਆਂ ਦੇ ਨਾਲ ਬੰਨ੍ਹ ਲਿਆ ਹੈ। ਹੁਣ ਜੋ ਉਹ ਚਾਹੁੰਦੇ ਹੈ ਉਹਨਾਂ ਦਾ ਪਰਮਾਤਮਾ ਉਸੇ ਤਰ੍ਹਾਂ ਕਰਦਾ ਹੈ। I have often said that Naam is a precious wealth. It is a priceless thing. It is the remover of lust, anger, greed, attachment and egoism, and it is the giver of real peace, real respect and happiness. We cannot obtain this precious wealth of devotion of Lord by our own efforts unless we go in the company of the Master, who has himself received this wealth of devotion. We cannot do the devotion and we cannot obtain this wealth. The devotees of God are not less than God himself, because they have pleased God on them and they have tied him with the chains of love. Since God has been pleased on them, whatever they want, God will do for them. So unless we go to in the company of the masters who have pleased God and who have manifested God within them, we cannot do the devotion of Lord by ourselves. ਭਗਤ ਨਾਮਦੇਵ ਕਹਿੰਦੇ ਹੈ, ਮੇਰੀ ਬੱਧੀ ਭਗਤ ਛਡਾਵੈ, ਬੱਧਾ ਭਗਤ ਨ ਛੂਟੈ ਮੋਹੇ, ਏਕ ਸਮੇਂ ਮੋਹ ਪੈ ਭਗਤ ਬੰਨੈ, ਤੋ ਮੋਹ ਪੈ ਜਵਾਬ ਨਾ ਹੋਏ। ਭਗਵਾਨ ਕਹਿਣ ਲੱਗਿਆ ਕਿ ਭਗਤ ਦੀ ਬੱਧੀ ਮੈਂ ਛਡਾ ਨਹੀਂ ਸਕਦਾ, ਮੇਰੀ ਬੱਧੀ ਨੂੰ ਭਗਤ ਛਡਾ ਸਕਦਾ ਹੈ। ਪਰਮਾਤਮਾ ਕਹਿਣ ਲੱਗਿਆ, ਅਗਰ ਮੈਨੂੰ ਵੀ ਉਹ ਬੰਨ੍ਹ ਦੇਵੇ, ਮੈਂ ਇਹ ਨਹੀਂ ਪੁੱਛ ਸਕਦਾ ਕਿ ਮੈਨੂੰ ਕਿਸ ਅਪਰਾਧ ਵਿੱਚ ਬੱਧਾ ਹੈ। ਸੰਤ ਮਹਾਤਮਾ ਪਰਮਾਤਮਾ ਤੋਂ ਬੜੇ ਨਹੀਂ ਹੁੰਦੇਗੇ, ਉਹ ਕੋਈ ਉਹਦੇ ਸ਼ਰੀਕ ਨਹੀਂ ਹੁੰਦੇਗੇ। ਉਹਨਾਂ ਨੇ ਪਿਆਰ ਨਾਲ ਉਹਨੂੰ ਆਪਣੇ ਵਸ ਵਿੱਚ ਕਰ ਲਿਆ ਹੈ, ਕਿਉਂਕਿ ਪਿਆਰ ਬੜਾ ਜਾਦੂ ਹੈ। ਪਰਮਾਤਮਾ ਪਿਆਰ ਹੈ, ਮਹਾਤਮਾ ਵੀ ਪਿਆਰ ਦੇ ਰੂਪ ਹੋ ਜਾਂਦੇ ਹੈ। ਤੁਸੀਂ ਦੇਖਦੇ ਹੋ ਇੱਕ ਦੁਨੀਆਦਾਰ ਪਿਤਾ ਵੀ ਬੱਚੇ ਦੇ ਪਿਆਰ ਉੱਤੇ ਖੁਸ਼ ਹੋ ਕੇ ਜੋ ਵਸਤੂ ਹੈ ਦੇ ਦਿੰਦਾ ਹੈ। ਪਰਮਾਤਮਾ ਦਾ ਤਾਂ ਇਸ ਤੋਂ ਕੀ ਅਸੀਂ ਬਿਆਨ ਕਰ ਸਕਦੇ ਹਾਂ। ਸੋ ਸੰਤ ਮਹਾਤਮਾ ਪਿਆਰ ਨਾਲ ਆਪਦੇ ਵਸ ਵਿੱਚ ਪਰਮਾਤਮਾ ਨੂੰ ਕਰ ਲੈਂਦੇ ਹਨ। Bhagat Namdev says that God says that if I tie anyone, devotee can release him, but if the devotee ties me, if the devotee ties anyone, I cannot release him, and if with love devotee ties me, I cannot get released myself. It is not that saints or the devotee of God are superior than gods or they are greater than gods. They are not equal of, they do not become equals of God. It is that they have controlled God with the love. They have loved him so much that God is controlled with their love. And you know that even a worldly father would give anything the child would want if the child is loving the father. So how can we mention about the love of Almighty Lord? The love of the Master is thousands of times more than the love of the worldly parents put together. So here he says that the devotees of God, saints, the masters have tied God in the chains of love and they have pleased God on themselves. ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੈ ਲੱਗੀਆਂ, ਕੱਢ ਰਤਨ ਦੇਵੈ ਪਰਗਾਸ। ਕਹਿੰਦੇ ਅਮੋਲਕ ਹੈ ਨਾਮ, ਮੁੱਲ ਨੂੰ ਨਹੀਂ ਮਿਲ ਸਕਦਾਗਾ। ਕਹਿਣ ਲੱਗੇ ਜੋ ਸੰਤ ਸਤਿਗੁਰਾਂ ਦੇ ਕਹੇ ਮੁਤਾਬਕ ਆਪਣਾ ਜੀਵਨ ਢਾਲਦੇ ਹੈ, ਅਭਿਆਸ ਕਰਦੇ ਹੈ, ਉਹ ਉਹਨਾਂ ਦੇ ਅੱਗੇ ਰਤਨ ਨੂੰ ਕੱਢ ਕੇ ਰੱਖ ਦਿੰਦਾ ਹੈ, ਕਿਉਂਕਿ ਪਿਆਰੇ ਬੱਚੇ ਤੋਂ ਬਾਪ ਕੁਛ ਵੀ ਨਹੀਂ ਲੁਕਾਉਂਦਾਗਾ। ਸੰਤ ਸਤਿਗੁਰੂ ਆਪਣੀਆਂ ਬਰਕਤਾਂ ਲੈ ਕੇ ਐਸੇ ਬੱਚੇ ਦੇ ਅੰਦਰ ਪ੍ਰਗਟ ਹੋ ਜਾਂਦੇ ਹਨ। Now he says that Naam is priceless. We cannot get it by paying any price. But Sant Sadgurus give this precious gem, give this precious wealth to the obedient child. Just like the father does not hide any of his wealth from an obedient child, in the same way Sant Sadgurus do not hide this wealth from the obedient disciple. Those who mold their lives according to the instructions of the masters
give this gem, give this ruby to them. ਸਤਿਗੁਰ ਸੀਵੈ ਲੱਗਿਆ ਕੱਢ ਰਤਨ ਦੇਵੈ ਪਰਗਾਸ ਧਨ ਵਡ ਭਾਗੀਆ ਜੋ ਆਏ ਮਿਲੇ ਗੁਰ ਪਾਸ। ਅਸੀਂ ਆਮ ਤੌਰ ਦੇ ਉੱਤੇ ਵੱਡੇ ਭਾਗਾਂ ਵਾਲੇ ਕਦੋਂ ਕਹਿੰਦੇ ਹੁੰਦੇ ਹਾਂ ਜਦ ਸਾਨੂੰ ਕੋਈ ਸਰਕਾਰੀ ਅਹੁਦਾ ਮਿਲ ਜਾਵੇ, ਘਰ ਅੰਦਰ ਔਲਾਦ ਪੈਦਾ ਹੋ ਜਾਵੇ, ਬਿਮਾਰੀ ਤੋਂ ਛੁਟਕਾਰਾ ਹੋ ਕੇ ਤੰਦਰੁਸਤੀ ਮਿਲ ਜਾਵੇ, ਅਸੀਂ ਕਹਿੰਦੇ ਬੜੇ ਉੱਚੇ ਭਾਗਾਂ ਦੀ ਗੱਲ ਹੈ। ਲੇਕਿਨ ਜਿਨ੍ਹਾਂ ਮਹਾਤਮਾ ਦੀਆਂ ਅੱਖਾਂ ਖੁੱਲੀਆਂ ਹੈ ਉਹ ਕਹਿੰਦੇ ਆ ਕੌਣ ਉੱਚੇ ਭਾਗਾਂ ਵਾਲੇ ਹੈ, ਕੌਣ ਵੱਡੇ ਭਾਗਾਂ ਵਾਲੇ ਹੈ ਜੋ ਇਨਸਾਨੀ ਜਾਮਾ ਪਾ ਕੇ ਸੰਤ ਸਤਿਗੁਰਾਂ ਦੇ ਪਾਸ ਆ ਕੇ ਬੈਠ ਜਾਂਦੇ ਹੈ, ਉਹਨਾਂ ਦੀ ਸੰਗਤ ਸੁਹਬਤ ਦੇ ਵਿੱਚ ਆਪਣੇ ਜੀਵਨ ਨੂੰ ਸੁਫਲਾ ਕਰਕੇ ਉਹ ਪਰਮਾਤਮਾ ਦੇ ਪਾਸ ਪਹੁੰਚ ਜਾਂਦੇ ਹਨ। Usually when do we call ourselves or when do we say that we are the most fortunate ones? Only when we get some good position in the government service, or when we get promotion, or if we get any children in the family, or if we were sick and then if we became healthy, then we say that we are the most fortunate ones. But saints, those whose eyes are open and those who are awakened, they say that when do we become the most fortunate ones? Only when graciously God gives us the human body, and afterwards if graciously he brings us in the company of the saints and masters, and if we are able to live in the company of the saints and mahatmas and make our lives worthy, make our life successful, only then we should call ourselves as the most fortunate ones. ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ ਵੱਡ ਭਾਗੀ ਗੁਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੈ ਜੀਓ। Guru Nanak Dev Ji says that the most fortunate ones get the company of the masters, and the unfortunate ones always get the beating, and they always remain far away from the master. Without going in the company of the masters, one cannot get rid of the dirt. If you are away from the master, you go on getting dirt on your soul. ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਪੂਰਵ ਕਰਮ ਅੰਕਰ ਜਬ ਪ੍ਰਗਟੇ, ਭੇਟਿਆ ਪੁਰਸ਼ ਰਸਕ ਵੈਰਾਗੀ, ਮਿਟਿਆ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। Guru Nanak Sahib says that when the seed of the past karmas grow up, then we come across the renunciate soul. Nanak says that the darkness is removed and we are awakened from the slumber of ages and ages. ਕਬੀਰ ਸਾਹਿਬ ਕਹਿੰਦੇ ਆ ਕਬੀਰਾ ਕਹਾਣੀ ਪੀੜ ਦੇ ਸਤਿਗੁਰੂ ਲੈ ਛਡਾਏ, ਪਰਾ ਪੂਰਵਲੀ ਭਾਵਨੀ ਤੇ ਪ੍ਰਗਟ ਹੋਈ ਆਏ। Kabir Sahib says that even if we are being churned in the mill, even if we are being killed in the mill, but if it is written in our fate, the Sadguru will come and will liberate us from that suffering. We meet the master only if it is written in our destiny. ਧਨ ਵਡ ਭਾਗੀਆ ਜੋ ਆਏ ਮਿਲੇ ਗੁਰ ਪਾਸ, ਜਿਨ ਸਤਿਗੁਰ ਪੁਰਖ ਨਾ ਭੇਟਿਓ, ਸੇ ਭਾਗਹੀਣ ਵਸ ਕਾਲ। ਹੁਣ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਆ ਜਿਹਨੂੰ ਇਨਸਾਨੀ ਜਾਮਾ ਪਾ ਕੇ ਪੂਰਾ ਗੁਰੂ ਨਹੀਂ ਮਿਲਿਆ, ਪੂਰਾ ਨਾਮ ਨਹੀਂ ਮਿਲਿਆ, ਕਹਿੰਦੇ ਉਹ ਭਾਗਹੀਣ ਹਨ ਔਰ ਉਹ ਕਾਲ ਦੇ ਵਸ ਵਿੱਚ ਪੈਣਗੇ। ਕਾਲ ਉਹਨਾਂ ਦੀ ਖਬਰ ਲਏਗਾ, ਇਸ ਅਸ਼ਾਂਤ ਦੁਨੀਆ ਦੇ ਵਿੱਚ ਆਉਣਗੇ ਜਾਣਗੇ ਔਰ ਜੰਮਣ ਮਰਨਗੇ, ਇਸ ਚੱਕਰ ਵਿੱਚ ਪਏ ਰਹਿਣਗੇ। Now Guru Ramdas Ji Maharaj says that those who did not get the perfect master and perfect initiation, even after getting the human body, they will fall prey to the negative power. They will go to the negative power. They will fall in the cycle of birth and death. They will come back in this world, in this creation of negative power which is full of unrest again and again. ਜਿਨ ਸਤਿਗੁਰ ਪੁਰਖ ਨਾ ਭੇਟਿਓ, ਸੇ ਭਾਗਹੀਣ ਵਸ ਕਾਲ। ਓਏ ਫਿਰ ਜੋਨ ਪਵਾਈ ਹੈ,
ਵਿੱਚ ਵਿਸ਼ਟਾ ਕਰ ਵਿਕਰਾਲ। ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਜਿਨ੍ਹਾਂ ਨੂੰ ਨਾਮ ਨਹੀਂ ਮਿਲਿਆ, ਸੰਤਾਂ ਕੋਲੇ ਨਹੀਂ ਗਏ, ਉਹ ਭੈੜੇ ਕਰਮਾਂ ਵਾਲੇ ਹੈ, ਭਾਗਹੀਣ ਹਨ। ਕਹਿਣ ਲੱਗੇ ਮੌਤ ਤੋਂ ਬਾਅਦ ਕਾਲ ਵੀ ਉਹਨਾਂ ਨੂੰ ਸਜ਼ਾ ਦੇਗਾ, ਬਿਸ਼ਟਾਂ ਦੇ ਕੀੜਿਆਂ ਤੱਕ ਬਣਾ ਦੇਵੇਗਾ। Guru Nanak Sahib says that those who did not go to the master and those who did not get the naam, they are the most unfortunate ones. And even the negative power will give them the punishment after the death. The negative power may even make them the creatures of the dirt. ਓਏ ਫਿਰ ਜੂਨ ਪਵਾਈ ਹੈ, ਵਿੱਚ ਵਿਸ਼ਟਾ ਕਰ ਵਿਕਰਾਲ। ਉਹਨਾਂ ਪਾਸ ਦੁਆਸ ਨਾ ਭੇਟੀਐ, ਜਿਨੇ ਅੰਤਰ ਕ੍ਰੋਧ ਚੰਡਾਲ। ਮੈਂ ਦੱਸਦਾ ਹੁੰਦਾ ਕਿ ਸੰਤ ਮਤ ਕਿਸੇ ਵੀ ਸਮਾਜ ਦੀ ਨਿੰਦਿਆ ਜਾਂ ਆਲੋਚਨਾ ਨਹੀਂ ਕਰਦੀਗੀ। ਇਹ ਆਪਣੇ ਆਪ ਨੂੰ ਸੁਧਾਰਨ ਦਾ ਮਤ ਹੈ। ਆਪਣੇ ਆਪ ਨੂੰ ਅਸੀਂ ਉਦੋਂ ਹੀ ਸੁਧਾਰ ਸਕਦੇ ਹਾਂ ਜਦ ਇਹਨਾਂ ਪੰਜਾਂ ਡਾਕੂਆਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਛੁਟਕਾਰਾ ਪਾ ਲਵਾਂਗੇ। ਕਹਿਣ ਲੱਗੇ ਕ੍ਰੋਧ ਜਿਹੜਾ ਹੈ ਇਹ ਤਤਕਾਲ ਦਾ ਪਾਗਲਪਨ ਹੈ। ਕ੍ਰੋਧੀ ਆਦਮੀ ਖੁਦ ਵੀ ਅਸ਼ਾਂਤ ਰਹਿੰਦਾ ਹੈ ਔਰ ਪਰਿਵਾਰ ਨੂੰ ਵੀ ਅਸ਼ਾਂਤ ਰੱਖਦਾ ਹੈ। ਤਾਂ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਹੈ ਕ੍ਰੋਧੀ ਦੇ ਪਾਸ ਨਾ ਬੈਠੋ, ਕ੍ਰੋਧੀ ਤੋਂ ਦੂਰ ਰਹੋ। ਇਸ ਵਾਸਤੇ ਇੱਕ ਵਾਰੀ ਜਾਏ ਬਿਨਾ ਤਾਂ ਪਤਾ ਨਹੀਂ ਲੱਗਦਾਗਾ, ਲੇਕਿਨ ਦਮਾਰੇ ਕ੍ਰੋਧੀ ਤੋਂ ਦੂਰ ਰਹੋ। ਪਤਾ ਨਹੀਂ ਉਸਨੇ ਕਦ ਉਸ ਨੂੰ ਦੌਰਾ ਪੈ ਜਾਣਾ ਹੈ। ਆਪ ਵੀ ਸ਼ਾਂਤ ਹੋਏਗਾ, ਤੁਹਾਨੂੰ ਵੀ ਕਰੇਗਾ। I have often said that Sant Mat does not criticize or comment on the other religions or the other paths, because this is the path of self-improvement, and we can improve ourselves only when we get rid of lust, anger, greed, attachment and egoism, and we can get rid of all these passions and the bad qualities only when we go in the within, and only after going in the within we can make ourselves better. So here he says that anger is a spontaneous madness. He who is affected by the anger not only himself becomes restless, but he also keeps his family and the people who are around him restless. You will not know about the person who is angry unless you go near him. But once you have realized that he is an angry person and he is affected by the anger, Guru Sahib here says that you should not go and sit near the person who is full of anger and who is attacked by the anger, because if you will go and sit with him, you may also get affected by it. ਮਹਾਰਾਜ ਸਾਵਣ ਸਿੰਘ ਇੱਕ ਕ੍ਰੋਧੀ ਦੀ ਕਹਾਣੀ ਸੁਣਾਉਂਦੇ ਹੁੰਦੇ ਸਨ, ਜੋ ਨਸ਼ਹਿਰੇ ਉਹਨਾਂ ਦੇ ਨੌਕਰੀ ਦੇ ਦੌਰਾਨ ਹੁੰਦਾ ਸੀਗਾ। ਉਸ ਸੁਬਾਹ ਚਾਹ ਕਰਨ ਲੱਗਿਆ, ਅੱਗ ਨਾ ਬਲੀ, ਲੱਕੜੀਆਂ ਗਿੱਲੀਆਂ ਸਨ। ਚੁੱਪ ਕਰਕੇ ਮੰਜੇ ਤੇ ਪੈ ਗਿਆ ਗੁੱਸੇ ਦੇ ਵਿੱਚ ਵੀ ਅੱਗ ਨਹੀਂ ਬਲਦੀ ਗਈ। ਪਏ ਨੂੰ ਗੁੱਸਾ ਆਇਆ। ਬਾਰੰਗ ਬਣੀ ਹੋਈ ਸੀਗੀ, ਫੂਸ ਵਗੈਰਾ ਔਖੀ ਜਿਹੀ ਹੁੰਦੀ ਹੈ, ਉਹ ਉੱਪਰ ਸੀਗੀ, ਉਹ ਸੁੱਕੀ ਸੀ। ਕਹਿਣ ਲੱਗਾ ਚੁੱਲ੍ਹੇ 'ਚ ਤਾਂ ਨਹੀਂ ਬਲਦੀ ਗੀ, ਇੱਥੇ ਤਾਂ ਬਲੇਗੀ। ਪਹਿਲਾਂ ਉਸਨੇ ਉੱਠ ਕੇ ਚੁੱਲ੍ਹੇ 'ਚ ਪਾਣੀ ਪਾਇਆ, ਫਿਰ ਚੁੱਲ੍ਹੇ ਨੂੰ ਢਾਇਆ। ਆਖਰ ਦੇ ਉੱਤੇ ਆ ਕੇ ਉਸਨੇ ਉਹ ਬਾਰੰਗ ਨੂੰ ਅੱਗ ਲਾਈ। ਅਲਾਰਮ ਵੱਜ ਗਿਆ, ਫਾਇਰ ਬ੍ਰਿਗੇਡ ਅੱਗ ਬੁਝਾਉਣ ਵਾਸਤੇ ਆਇਆ। ਤੋ ਉਹ ਖੜਾ ਅਫਸੋਸ ਨਹੀਂ ਕਰ ਰਿਹਾ ਸੀਗਾ, ਬਲਕਿ ਇਹ ਕਹਿ ਰਿਹਾ ਸੀਗਾ ਕਿ ਹੁਣ ਕਿਵੇਂ ਬਲਦੀ ਹੈ। ਤੋ ਮਹਾਰਾਜ ਕਹਿੰਦੇ ਹੁੰਦੇ ਇਹ ਹਾਲਤ ਕ੍ਰੋਧੀ ਦੀ ਹੈ। Master Sawan Singh Ji used to tell a story about a person, an angry person, who was at the time when Master Sawan Singh used to serve in the army, and once that person, this happened in the town of Nashera. One morning that person woke up and he wanted to burn some fire to make some tea, but something went wrong and he could not burn the fire. The match won't burn. So he became very upset and he went to his bed and he was very upset, very angry at that time. And he woke up, he got up again and he smashed the fireplace and he put the water in the fireplace, and still he was not satisfied. He was so angry that he burned the matchstick and burned the barrack in which they were living, which was made of hay and straw. And it alarmed the fire brigade people and they came to extinguish the fire. And he was not sorry for what he had done. But instead he was saying that you were not burning. He was telling to the fire that you were not burning in the fireplace. How are you burning here? So this is the condition of the angry people. एक मेरा प्रेमी है, कम से कम
25-26 ਸਾਲ ਤੋਂ ਅਸੀਂ ਇਕੱਠੇ ਜ਼ਿੰਦਗੀ ਬਿਤਾ ਰਹੇ ਹਾਂ। ਜਦ ਉਸ ਨੂੰ ਕ੍ਰੋਧ ਦਾ ਦੌਰਾ ਪੈਣਾ, ਬੁਖਾਰ ਹੋ ਜਾਣਾ, ਪਿੰਡੇ ਦੇ ਉੱਤੇ ਫਿਣਸੀਆਂ ਨਿਕਲ ਆਉਣੀਆਂ, ਮੈਂ ਉਹਨੇ ਕਦੇ ਚੰਡੀਗੜ੍ਹ ਬੜੀ ਦੂਰ ਜਾਣਾ ਇਲਾਜ ਕਰਾਉਣ ਵਾਸਤੇ, ਕਦੇ ਬੀਕਾਨੇਰ ਜਾਣਾ, ਉਹ ਵੀ ਤਕਰੀਬਨ ਸਾਡੇ ਇਲਾਕੇ ਤੋਂ ਕੋਈ 100 ਮੀਲ ਦੂਰ ਹੋਏਗੀ। ਮੈਂ ਉਸ ਨੂੰ ਸਲਾਹ ਦਿੱਤੀ ਕਿ ਤੂੰ ਜਿਹੜਾ ਕ੍ਰੋਧ ਦੇ ਜ਼ਰੀਏ ਖਾਣਾ ਛੱਡ ਜਾਂਦਾ, ਇਹ ਖਾ ਲਿਆ ਕਰ, ਤੈਨੂੰ ਕਿਸੇ ਡਾਕਟਰ ਕੋਲੇ ਜਾਣ ਦੀ ਜ਼ਰੂਰਤ ਨਹੀਂ। ਅਗਰ ਤੂੰ ਕ੍ਰੋਧ ਨਾ ਕਰੇ, ਕ੍ਰੋਧ ਦੇ ਨਾਲ ਖੂਨ ਅੰਦਰ ਬਹੁਤ ਸਾਰੀਆਂ ਬਿਮਾਰੀਆਂ ਪੈ ਜਾਂਦੀਆਂ ਹਨ। ਲੇਕਿਨ ਉਹ ਨਹੀਂ ਮੰਨਦਾ ਸੀਗਾ। ਇੱਕ ਦਿਨ ਮੈਂ ਕਾਫੀ ਖਫਾ ਹੋਇਆ, ਉਸ ਨੂੰ ਕਿਹਾ ਕਿ ਅਗਰ 7 ਸਮੁੰਦਰੋਂ ਪਾਰੋਂ ਕੋਈ ਡਾਕਟਰ ਆ ਕੇ ਇਹ ਕਹਿ ਦੇਵੇ ਕਿ ਤੈਨੂੰ ਇਹ ਮਰਜ਼ ਨਹੀਂ, ਤਾਂ ਮੈਂ ਬਈ ਦੇਣਦਾਰ ਹਾਂ। 2 ਸਾਲ ਦੀ ਗੱਲ ਹੈ, ਇੱਧਰੋਂ ਕੋਈ ਡਾਕਟਰ ਗਏ ਗਰੁੱਪ ਦੇ ਅੰਦਰ, ਉਹਨੇ ਸੋਚਿਆ ਕਿ ਅੱਜ ਦਿਖਾਵਾਂ। ਉਹਦੇ ਲੜਕੇ ਵੀ ਪਾਸ ਖੜੇ ਸੀਗੇ, ਹੋਰ ਵੀ 1-2 ਪ੍ਰੇਮੀ ਖੜੇ ਸੀਗੇ। ਉਹ ਡਾਕਟਰ ਨੇ ਉਹਦੀ ਕੋਈ ਨਬਜ਼ ਨਹੀਂ ਦੇਖੀ, ਕੋਈ ਉਹਦੇ ਜਿਸਮ ਦੇ ਨਾਲ ਖੂਨ ਚੈੱਕ ਕਰਨ ਵਾਲੀ ਨਹੀਂ ਲਾਈ। ਅੱਖਾਂ ਦੇਖ ਕੇ ਕਹਿਣ ਲੱਗਿਆ, ਜੀ ਤੁਹਾਨੂੰ ਕ੍ਰੋਧ ਦੀ ਮਰਜ਼ ਹੈ, ਹੁਣ ਜੇ ਮੁਕਰੇ ਤਾਂ ਕੋਲੇ ਲੜਕੇ ਖੜੇ, ਅਸੀਂ ਖੜੇ। ਤੋ ਮੈਂ ਆਖਿਆ, ਬਈ ਜਿਹੜਾ ਮੈਂ ਤੈਨੂੰ ਅੱਜ ਤੋਂ 20 ਸਾਲ ਪਹਿਲਾਂ ਇਹ ਗੱਲ ਦੱਸੀ ਸੀ ਕਿ ਤੈਨੂੰ ਕ੍ਰੋਧ ਦੀ ਮਰਜ਼ ਹੈ, ਉਹ ਹੁਣ ਥੋੜਾ ਬਹੁਤਾ ਆਪਣੇ ਆਪ ਤੇ ਕੰਟਰੋਲ ਕਰਨ ਲੱਗਿਆ ਹੈ, ਹੁਣ ਕਿਸੇ ਡਾਕਟਰ ਕੋਲੇ ਉਹਨੂੰ ਜਾਣਾ ਨਹੀਂ ਪੈਂਦਾ। ਸੋ ਇਸ ਵਾਸਤੇ ਸੰਤ ਕਹਿੰਦੇ ਆ ਕ੍ਰੋਧ ਦੀ ਮਰਜ਼ ਬੜੀ ਭੈੜੀ ਹੈ, ਇਸ ਤੋਂ ਬਚਣਾ ਚਾਹੀਦਾ ਹੈ। ਇਸ ਤੋਂ ਅਸੀਂ ਤਦ ਹੀ ਬਚ ਸਕਦੇ ਹਾਂ ਜੇ ਅਸੀਂ ਨਾਮ ਸ਼ਬਦ ਦੀ ਕਮਾਈ ਕਰੀਏ। I have a dear one and he has been with me for the last 25-26 years and he had this disease of anger. Whenever he would get the wave of anger, he would have the fever and also he would stop eating and he would have boils on his body. So he would go to the doctors which were very far away from us. He would sometimes go to Chandigarh or to Bikaner, which is about 100 miles from the place where we live. When I came to know about this disease, I told him that you don't have any disease, you just give up the anger. And when you stop eating food when you are angry, don't do that. You should eat food and you don't need to go to any doctor, you don't need to take any medicine. But he would not believe that he had only this disease of anger. He thought that he was suffering from some other disease. And I often used to tell him that you can go to any doctor and he will tell you just looking into your eyes that you have this disease of anger. 2 years ago, one doctor came in the group and he wanted to ask from that doctor that what disease he has, why he's getting boils and all those things. That doctor did not even touch his body, but just looking at him, he said that you have this disease of anger. Now at that time his sons were also with him and I was also standing there. So he could not say that no, he doesn't have this disease of anger because he knew that he is affected by the anger. So afterwards he tried to control himself and he is much better now. Now he does not need to go to any doctor. He does not need to take any medicine. So the saints and Mahatmas always tell us that anger is a very bad disease and we should abstain from it, we should get rid of this disease, and we can do that only after going in the within and doing the meditation of Shabad Naam. उन पास दुआस न पेटिए जिने अंतर क्रोध चंडाल सतगुर पुरख अमृत सर वड पागी नाव है उन जन्म जन्म की मैल उतरे निर्मल नाम दृढ़ाई। ਹੁਣ ਆਪ ਕਹਿੰਦੇ ਆ ਜੋ ਅੱਛੀਆਂ ਆਤਮਾ ਪ੍ਰਮਾਤਮਾ ਦੀ ਚੋਣ ਵਿੱਚ ਆ ਜਾਂਦੀਆਂ ਹੈ ਉਹ ਸਤਿਗੁਰੂ ਕੋਲੇ ਜਾਂਦੀਆਂ ਹੈ। ਸਤਿਗੁਰੂ ਉਹਨਾਂ ਨੂੰ ਦੱਸਦਾ ਹੈ ਕਿ ਕਿਵੇਂ ਆਤਮਾ ਦੇ ਉੱਪਰ ਉਹ ਸਥੂਲ ਸੂਖਸ਼ਮ ਤਿੰਨੇ ਪਰਦੇ ਲਾ ਕੇ 10ਵੇਂ ਦੁਆਰ ਦੇ ਅੰਦਰ ਪਹੁੰਚਣਾ ਹੈ। ਉੱਥੇ ਸੱਚਾ ਤੀਰਥ ਹੈ, ਉਹ ਤੀਰਥ ਦੇ ਵਿੱਚ ਇਸ਼ਨਾਨ ਕਰਕੇ ਆਤਮਾ ਦੀ ਜਨਮਾਂ ਜਨਮਾਤਰਾਂ ਦੀ ਮੈਲ ਉਤਰ ਜਾਂਦੀ ਹੈ ਔਰ ਇਸ ਦੀ ਸੱਚੇ ਨਾਮ ਦੇ ਨਾਲ ਲਿਵ ਲੱਗ ਜਾਂਦੀ ਹੈ। Now he says that the good souls who come in the selection of God are brought to the Master and Master graciously teaches them how they have to remove the physical, astral and causal covers from their soul and how
they have to reach Dasma Dwar, where there is the real place of pilgrimage. And now bathing in that water, the soul has to remove the dirt. That is the real pilgrimage, and only after going there and bathing in that real place of pilgrimage, one becomes the liberated one. उन जन्म जन्म की मैल उतरै, निर्मल नाम दृढ़ाई, जन नानक उत्तम पद पाया, सतगुर की लिव लाई। ਜੋ ਆਤਮਾ ਸੰਤ ਸਤਿਗੁਰੂ ਦੇ ਪਾਸ ਪਹੁੰਚ ਕੇ ਨਾਮਦਾਨ ਪ੍ਰਾਪਤ ਕਰ ਲੈਂਦੀਆਂ ਹਨ ਔਰ ਨਾਮਦਾਨ ਦੀ ਉਸ ਨਾਮ ਸ਼ਬਦ ਦੀ ਕਮਾਈ ਵਿੱਚ ਲੱਗ ਜਾਂਦੀਆਂ ਹਨ ਔਰ ਉਸ ਤੀਰਥ ਦਸਵੇਂ ਦਵਾਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪਹੁੰਚ ਜਾਂਦੀਆਂ ਹਨ, ਉਹ ਨਿਰਮਲ ਪਿਓਰ ਪਵਿੱਤਰ ਹੋ ਜਾਂਦੀਆਂ ਹਨ। ਇੱਕ ਜਨਮ ਦੀ ਕੀ ਜਨਮਾਂ ਜਨਮਾਤਰਾਂ ਦੀ ਜੋ ਮੈਲ ਲੱਗੀ ਹੈ ਆਤਮਾ ਨੂੰ, ਉਹ ਲੈ ਜਾਂਦੀ ਹੈ। ਉਹਨਾਂ ਨੂੰ ਉੱਤਮ ਪਦਵੀ ਕਿਆ ਸੱਚਖੰਡ ਮਿਲ ਜਾਂਦਾ ਹੈ, ਆਪਦੇ ਘਰ ਆਤਮਾ ਪਹੁੰਚ ਜਾਂਦੀਆਂ ਹਨ। ਇਹ ਇੰਨਾ ਕੁਛ ਕਿਸ ਤਰ੍ਹਾਂ ਕਿਉਂ ਪ੍ਰਾਪਤ ਹੋਇਆ? ਕਹਿੰਦੇ ਸਤਿਗੁਰੂ ਦੀ ਲਿਵ ਲਾਏ, ਸਿਰਫ ਸਤਿਗੁਰੂ ਦੇ ਨਾਲ ਪਿਆਰ ਪਾਉਣ ਨਾਲ ਹੀ ਉਹ ਭਵਸਾਗਰ ਤੋਂ ਪਾਰ ਹੋ ਗਈਆਂ। The souls who go to the saints and masters, and those who get the naam from the master, and those who according to the instructions of the masters remove the covers from their soul and reach Dasma Dwar and bathe in that pool of nectar, become the pure ones, become the liberated ones. They remove the dirt not of one birth, but of birth after birth, of ages and ages. And when they go there and bathe in that pool of nectar, they become the liberated one. And they go back to the real home. He says that how was this possible? How did this happen? He says that only by going to the master and keeping the attention towards the master.